ਇੰਡਸਟਰੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਪਰ ਲਾਕਡਾਊਨ ਦੇ ਦੌਰਾਨ ਇਹ ਰੀੜ੍ਹ ਦੀ ਹੱਡੀ ਕਮਜ਼ੋਰ ਹੋਈ ਹੈ। ਸਰਕਾਰ ਨੇ ਭਾਵੇਂ ਇਜਾਜ਼ਤ ਵਾਲੀ ਹਰੀ ਝੰਡੀ ਦੇ ਦਿੱਤੀ ਹੈ ਕਿ ਕਾਰੋਬਾਰ ਖੋਲ੍ਹ ਲਏ ਜਾਣ, ਪਰ ਕਾਰੋਬਾਰੀਆਂ ਨੂੰ ਸਾਹਮਣੇ ਘਾਟੇ ਵਾਲਾ ਲਾਲ ਸਿਗਨਲ ਦਿਖ ਰਿਹਾ ਹੈ। ਲਾਕਡਾਊਨ ਨੇ ਉਦਯੋਗਾਂ ਦਾ ਅਜਿਹਾ ਲੱਕ ਤੋੜਿਆ ਕਿ ਹੁਣ ਇੰਡਸਟਰੀ ਮੁੜ ਤੋਂ ਪੈਰਾਂ ਸਿਰ ਖੜੀ ਨਹੀਂ ਹੋ ਪਾ ਰਹੀ। ਅੰਮ੍ਰਿਤਸਰ ਦਾ ਫੋਕਲ ਪੁਆਇੰਟ ਇਲਾਕਾ, ਇੱਥੇ ਕਈ ਹੀ ਛੋਟੀਆਂ ਤੇ ਦਰਮਿਆਨੀਆਂ ਉਦਯੋਗਿਕ ਇਕਾਈਆਂ ਨੇ। ਲਾਕਡਾਊਨ ਦੇ 5ਵੇਂ ਪੜਾਅ 'ਚ ਮਿਲੀਆਂ ਰਾਹਤਾਂ ਮਗਰੋਂ ਸੂਬੇ 'ਚ ਉਦਯੋਗਿਕ ਇਕਾਈਆਂ ਮੁੜ ਤੋਂ ਸ਼ੁਰੂ ਹੋਈਆਂ। ਕੰਮ ਸ਼ੁਰੂ ਤਾਂ ਜ਼ਰੂਰ ਹੋਇਆ, ਪਰ ਹਾਲਾਤ ਨਹੀਂ ਸੁਧਰੇ। ਘਾਟੇ ਦਾ ਆਲਮ ਹੈ। इस इलाके 45 वरियां तो कारोबार कर रहे कमल डालमिया का दावा है कि पहली वार है जदों अजिहे हालातां दा सामना करना पिया होवे, जदों इन्नियां पाबंदियां आयद कीतियां गईयां होण। अजिहे च फिर सरकार ने भावें इजाजत दे दित्ती है, पर जमीनी पद्धर ते इस नूं लागू करना मुमकिन नहीं है, क्योंकि फिलहाल ये घाटे दा सौदा ही है। इंडस्ट्री चलाना जिहड़ा है ना एक सर्कल हुंदा है। ਅੱਜ ਮੰਨ ਲਓ ਸਰਕਾਰ ਨੇ कहता इंडस्ट्री चला लो। ਸਾਡੇ ਬਹੁਤ ਸਾਰੇ ਭਰਾਵਾਂ ਨੇ ਡਿਊਰਿੰਗ ਦਾ ਕਰਫਿਊ ਇੰਡਸਟਰੀ ਮਾਰਚ ਆਖਰੀ ਹਫਤੇ ਤੋਂ ਸ਼ੁਰੂ ਕੀਤੀ। ਕਿੰਨੇ ਸ਼ੁਰੂ ਕੀਤੀ? ਰਾਈਸ ਸ਼ੈਲਰਸ, ਫਲੋਰ ਮਿਲਸ, ਮੈਡੀਸਨ ਤੋਂ ਬਣਾਉਣ ਵਾਲੀ ਫੈਕਟਰੀਆਂ। ਅੱਜ ਮੰਨ ਲਓ ਬਹੁਤ ਸਾਰੀ ਫੈਕਟਰੀਆਂ ਐਸੀਆਂ ਨੇ ਜਿਨ੍ਹਾਂ ਦਾ ਅੱਗੇ ਸਰਕਲ ਹੀ ਸਾਰਾ ਬੰਦ ਹੋ ਗਿਆ, ਉਹਦਾ ਕਸਟਮਰ ਬੰਦ ਹੋ ਗਿਆ, ਉਹਦੀ ਰਾਅ ਮਟੀਰੀਅਲ ਸਪਲਾਈ ਬੰਦ ਹੋ ਗਈ, ਟਰਾਂਸਪੋਰਟੇਸ਼ਨ ਬੰਦ ਹੋ ਗਈ। ਉਹ ਇੰਡਸਟਰੀ ਕਿਸ ਤਰ੍ਹਾਂ ਚੱਲ ਸਕਦੀ ਸੀ? ਉਹ ਇੰਡਸਟਰੀ ਤਾਂ ਉਸੇ ਦਿਨ ਤੋਂ ਚੱਲਣੀ ਸੀ ਜਦੋਂ ਕਰਫਿਊ ਰਿਲੈਕਸੇਸ਼ਨ ਆਉਣਾ ਸੀ। 18 ਮਈ ਤੋਂ ਰਿਲੈਕਸੇਸ਼ਨ ਆਈ ਤੇ ਸਾਰੇ ਭਰਾਵਾਂ ਨੇ ਹਿੰਮਤ ਕਰਕੇ ਜਿੰਨਾ ਕੋਈ ਚਲਾ ਸਕਦਾ ਸੀ ਜੁਗਾੜ ਕਰਕੇ ਚਲਾਉਣ ਦੀ ਕੋਸ਼ਿਸ਼ ਕੀਤੀ। ਇਨ ਦਾ ਮੇਨ ਟਾਈਮ ਪਿਛਲੇ 2 ਮਹੀਨਿਆਂ 'ਚ ਸਾਰੇ ਨੇ ਆਪਣੇ ਜਿਹੜੇ ਵੀ ਸਾਡੇ ਨਾਲ EMPLOYE ਜੁੜੇ ਸੀ ਉਹਨਾਂ ਨੂੰ ਅਸੀਂ ਮਾੜਾ ਮੋਟਾ ਰਾਸ਼ਨ ਵੀ ਪਹੁੰਚਾਇਆ, ਉਹਨਾਂ ਨੂੰ ਤਨਖਾਹਾਂ ਵੀ ਦਿੱਤੀਆਂ ਤਾਂ ਕਿ ਉਹ ਵਿਚਾਰੇ ਵੀ ਆਪਣਾ ਰੋਜੀ ਰੋਟੀ ਚਲਾ ਸਕਣ। ਉਹਨਾਂ ਦੇ ਵੀ ਬਾਲ ਬੱਚੇ ਨੇ। ਪਰ ਸਵਾਲ ਆਉਂਦਾ ਕਿ ਇਹ ਪੋਸੀਬਲ ਨਹੀਂ ਸੀ ਪ੍ਰੈਕਟੀਕਲੀ कि भी कोई भी बंदा करफ्यू के दरम्यान फैक्ट्री चला ले। ना तो वर्कर आ जा सकता सी फैक्ट्री, ना स्टाफ आ जा सकता सी। अगे असीं माल कित्थे बाहर भेजना है, लुधियाना, दिल्ली, बॉम्बे जा नहीं सकता सी माल, रॉ मटीरियल नहीं आ सकते सी। साडी प्रैक्टिकल बड़ी भारी परेशानियां सी। पंजाब दे विच 2,69,000 रजिस्टर्ड उद्योगिक इकाइयां ने। इन्हां दे विचों 2,27,000 इकाइयां ने मिथे नेमां मुताबिक काम शुरू कीता, ਜਦੋਂ ਕਿ 32,000 ਤੋਂ ਵੱਧ ਉਦਯੋਗਿਕ ਇਕਾਈਆਂ ਅਜੇ ਵੀ ਬੰਦ ਹੀ ਨੇ। 4,548 ਨੇ ਖਰੀਦ 'ਚ ਆਈ ਕਮੀ ਕਰਕੇ ਪੈਰ ਪਛਾਂ ਕਰ ਲਏ। ਸਾਰਿਆਂ ਨਾਲੋਂ ਵੱਡੀ ਜਿਹੜੀ ਸਾਨੂੰ ਇਸ ਵੇਲੇ ਪਰੇਸ਼ਾਨੀ ਆ ਰਹੀ ਹੈ, ਸਾਡੇ ਪ੍ਰੋਡਕਟਸ ਦੀ ਡਿਮਾਂਡ ਜਿਹੜੀ ਹੈ। ਮੈਂ ਟੈਕਸਟਾਈਲ ਲਾਈਨ ਵਿੱਚ ਡੀਲ ਕਰਦਾ। ਸਾਡੇ ਪ੍ਰੋਡਕਟਸ ਦੀ ਜਿਹੜੀ ਡਿਮਾਂਡ ਹੈ ਉਹ ਬਹੁਤ ਬੁਰੀ ਤਰ੍ਹਾਂ ਇਫੈਕਟਡ ਹੈ। ਕਾਰਨ कि कोरोना वायरस के कारण लोगों को कामकाज नहीं मिलिया, लोग बेरोजगार हो गए, उन्होंने आमदन का जरिया खत्म हो गया। अज लोगों को ढिड भरन दे लई राशन खरीदन लई ही मसां पैसे है। या मान लो घर विच हर घर विच 100, 200, 500, 1000 रुपए की दवाई जाती है, उन्होंने दवाई खरीदनी जरूरी है। बच्चों की स्कूलों की फीस भरनी माड़ी मोटी जरूरी है। कपड़ा जिहड़ा है वो एक लग्जरी आइटम बन चुका है, क्योंकि कपड़े की ड्यूरेबिलिटी बहुत वध गई। साडी टैक्सटाइल इंडस्ट्री का इन्ना माड़ा हाल है कि इस वेले डिमांड जिहड़ी है वो 10 पैसे या 20 पैसे भी नहीं है। उसका एक बहुत बड़ा कारण है, पिछले दिनों कलकत्ते ही तूफान आ गया, बॉम्बे कोरोना महामारी के कारण बाजार बंद पे ने, दिल्ली कोरोना महामारी बहुत फैली हुई है, बाजार बंद पे ने। जे अज अमृतसर भी बाजार खुल गए ने पंजाब सरकार की किरपा के कारण, तो बाजारां 'च ग्राहक नहीं है, बाजार खाली पे है, दुकानदार खाली बैठे है। सानू ऐसा महसूस हो रहा है कि ये स्थिति किथे मसा ही जाके 30 सितंबर तो बाद थोड़ी बहुत सुधार की आशा की किरण नज़र आती है। मुंबई, बंगाल, गुजरात, दिल्ली ये सूबे कोरोना नाल हालो बेहाल ने ਅਤੇ ਇਹਨਾਂ ਦੀ ਤਰ੍ਹਾਂ कई होर सूबे ने जिथों कारोबार ਲਈ ਜ਼ਿਆਦਾਤਰ ਕੱਚੇ ਮਾਲ ਦੀ ਸਪਲਾਈ ਹੁੰਦੀ ਹੈ। ਤਾਂ ਉਧਰ ਟਰਾਂਸਪੋਰਟੇਸ਼ਨ 'ਚ ਪੇਸ਼ ਆ ਰਹੀਆਂ ਦਿੱਕਤਾਂ ਨੇ ਵੀ ਸਪਲਾਈ 'ਚ ਰੁਕਾਵਟ ਪਾਈ ਹੈ। ਕੱਚੇ ਮਾਲ ਦੀ ਸਪਲਾਈ ਨਾ ਹੋਣ ਕਰਕੇ 5,637 ਫੈਕਟਰੀਆਂ ਪ੍ਰਭਾਵਿਤ ਹੋਈਆਂ ਨੇ। 5,288 ਯੂਨਿਟ 'ਚ ਵਰਕਰਾਂ ਦੀ ਘਾਟ ਵੱਡੀ ਸਮੱਸਿਆ ਬਣੀ ਹੈ।
3,587 ਆਰਥਿਕ ਮੰਦੀ ਦਾ ਸ਼ਿਕਾਰ ਹੋਈਆਂ ਨੇ। 4,427 ਯੂਨਿਟਸ ਕੰਟੇਨਮੈਂਟ ਇਲਾਕੇ 'ਚ ਪੈਂਦੀਆਂ ਨੇ। ਮੈਂ ਤੁਹਾਨੂੰ ਦੱਸਿਆ ਵੀ ਲੇਬਰ ਦੀ ਅਵੇਲੇਬਿਲਟੀ 40 ਤੋਂ 50% ਅਵੇਲੇਬਲ ਹੈ। ਕੰਮਕਾਜ ਦਾ ਹਾਲ ਹੈ ਕਿਸੇ ਕੋਲ 10%, ਕਿਸੇ ਕੋਲ 20%, ਕਿਸੇ ਕੋਲ 25%। ਮੈਂ ਸਮਝਦਾ ਕੋਈ ਬਹੁਤ ਹੀ ਵਿਰਲਾ ਫੈਕਟਰੀ ਵਾਲਾ ਹੋਏਗਾ ਜਿਹਦੇ ਕੋਲ 50% ਕੰਮ ਹੋਏਗਾ। ਜਾਂ ਫਿਰ ਕੁਝ ਐਸੀ ਲਾਈਨਾਂ ਹੈਗੀਆਂ ਮੈਡੀਸਨ ਟ੍ਰੇਡ, ਪੈਕੇਜਿੰਗ ਦੇ ਡੱਬੇ ਬਣਾਉਣ ਵਾਲੀਆਂ, ਜਾਂ ਮੰਨ ਲਓ ਕੋਈ ਆਟਾ ਚੱਕੀ, ਫਲੋਰ ਮਿਲ, ਰਾਈਸ ਸ਼ੈਲਰ, ਜਿਨ੍ਹਾਂ ਕੋਲ ਡਿਮਾਂਡ ਹੈਗੀ ਹੈ। ਅੱਜ ਸਥਿਤੀ ਸਾਡੇ ਲੋਕਾਂ ਦੀ ਇਨ ਜਨਰਲ ਇਹ ਹੈਗੀ ਹੈ ਕਿ ਜੇ ਡਿਮਾਂਡ 40%, ਜੇ ਡਿਮਾਂਡ ਸਾਡੇ ਕੋਲ 10, 20, 25% ਹੈਗੀ ਹੈ ਤੇ ਲੇਬਰ ਦੀ ਅਵੇਲੇਬਿਲਟੀ ਸਾਡੇ ਕੋਲ 40 ਤੋਂ 50% ਹੈ। ਅਸੀਂ 40 ਤੋਂ 50% ਲੇਬਰ ਨੂੰ ਕੰਮ ਦੇ ਰਹੇ ਹਾਂ, ਪਰੰਤੂ ਪ੍ਰੋਡਕਸ਼ਨ ਸਾਡੀ ਜਿਹੜੀ ਹੈ ਉਹ 10-20 ਪੈਸੇ ਤੋਂ ਵੱਧ ਅਸੀਂ ਨਹੀਂ ਲੈ ਪਾ ਰਹੇ। ਉਹਦੇ ਨਾਲ ਸਾਨੂੰ ਇਹ ਹੋ ਰਿਹਾ ਹੈ ਕਿ ਸਾਨੂੰ ਔਨ ਐਨ ਐਵਰੇਜ ਰੋਜ਼ ਕਿਸੇ ਨੂੰ ਹਜ਼ਾਰਾਂ 'ਚ, ਕਿਸੇ ਨੂੰ ਲੱਖਾਂ 'ਚ ਘਾਟਾ ਸਹਿਣਾ ਪੈ ਰਿਹਾ ਹੈ। ਫਾਈਨੈਂਸ਼ੀਅਲ ਕੈਪੀਟਲ ਹੈ ਬੰਬੇ, ਉਹ ਕਿਉਂਕਿ ਇਸ ਵੇਲੇ ਤੱਕ ਬਹੁਤ ਬੁਰੇ ਹਾਲਤ ਵਿੱਚ ਹੈਗਾ ਵਾ ਕਰੋਨਾ ਵਾਇਰਸ ਕਾਰਨ, ਉੱਥੇ ਬਹੁਤ ਇੰਪੈਕਟ ਜ਼ਿਆਦਾ ਹੈਗਾ। ਜਿੰਨੀ ਵੀ ਇਕਨੋਮਿਕ ਐਕਟੀਵਿਟੀ ਹੈਗੀ ਹੈ ਜਾਂ ਰॉ ਮਟੀਰੀਅਲ ਦੀ, ਇੰਪੋਰਟਡ ਰॉ ਮਟੀਰੀਅਲ ਦੀ ਸਪੈਸ਼ਲੀ ਜਿਹੜੀ ਸਪਲਾਈ ਹੈ ਉਹ ਉੱਥੋਂ ਹੀ ਹੁੰਦੀ ਹੈ ਐਂਡ ਉਹਦੇ ਨਾਲ ਕਾਫੀ ਜ਼ਿਆਦਾ ਡਿਸਰਪਸ਼ਨਸ ਜਿਹੜੀਆਂ ਹੈਗੀਆਂ ਉਹ ਆਉਣਗੀਆਂ, ਕਿਉਂਕਿ ਹੁਣ ਤੱਕ ਸਾਡੇ ਕੋਲ ਜਿਹੜੇ ਪਿੱਛੇ ਰਿਜ਼ਰਵ ਰॉ ਮਟੀਰੀਅਲ ਪਏ ਹੋਏ ਸੀਗੇ ਉਹਦੇ ਨਾਲ ਅਸੀਂ ਕੰਮ ਚਲਾ ਰਹੇ ਹੈਗੇ ਹਾਂ ਐਂਡ ਬਹੁਤ ਜ਼ਿਆਦਾ ਪ੍ਰੋਡਕਟਿਵਿਟੀ ਨਹੀਂ ਹੋ ਰਹੀ ਹੈ, ਸਿਰਫ 25-30% ਦੇ ਉੱਤੇ ਕੰਮ ਚਲਾ ਰਹੇ ਹਾਂ। ਤਾਂ ਕਰਕੇ ਥੋੜ੍ਹੇ ਦਿਨਾਂ ਵਾਸਤੇ ਮੈਂ ਸਮਝਦਾ ਕੰਮ ਚੱਲੇਗਾ, ਬਟ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਥੋੜ੍ਹਾ ਜਿਹਾ ਹੋਰ ਇਸੇ ਤਰ੍ਹਾਂ ਹੀ ਡਿਸਰਪਸ਼ਨ ਚੱਲਦੀ ਰਹੀ ਤੇ ਕਾਫੀ ਜਿਹੜਾ ਵੈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਕੰਮ ਸ਼ੁਰੂ ਨਹੀਂ ਹੋਇਆ। ਕੋਵਿਡ-19 ਮਹਾਮਾਰੀ ਦੌਰਾਨ ਲਾਏ ਲਾਕਡਾਊਨ ਕਾਰਨ ਆਰਥਿਕਤਾ ਨੂੰ ਜੋ ਘਾਟਾ ਪਿਆ, ਉਸ 'ਚੋਂ ਛੋਟੇ ਅਤੇ ਮੱਧਮ ਉਦਯੋਗਾਂ ਨੂੰ ਉਭਾਰਨ ਲਈ ਸਰਕਾਰ ਨੇ 3 ਲੱਖ ਕਰੋੜ ਦੇ ਬਿਨਾਂ ਗਾਰੰਟੀ ਵਾਲੇ ਲੋਨ ਦਾ ਐਲਾਨ ਵੀ ਕੀਤਾ। ਪਰ ਸਰਕਾਰ ਦਾ ਇਹ ਐਲਾਨ ਕਾਰੋਬਾਰੀਆਂ ਨੂੰ ਰਾਹਤ ਵਾਲਾ ਘੱਟ ਤੇ ਫਿਕਰ ਵਧਾਉਣ ਵਾਲਾ ਵੱਧ ਲੱਗ ਰਿਹਾ। ਦਲੀਲ ਹੈ ਕਿ ਕਰਜ਼ਾ ਤਾਂ ਮਿਲ ਜਾਏਗਾ, ਪਰ ਘਾਟੇ ਦੇ ਇਸ ਦੌਰ 'ਚ ਵਿਆਜ ਮੋੜਨਾ ਹੋਰ ਵੀ ਚੁਣੌਤੀਪੂਰਨ ਹੋਏਗਾ। ਹੁਣ MSME ਦੇ ਥਰੂ ਉਹਨਾਂ ਨੇ 3 ਲੱਖ ਕਰੋੜ ਰੁਪਇਆ ਦੇਣ ਦੇ ਲਈ ਪ੍ਰੋਵੀਜ਼ਨ ਰੱਖਿਆ ਹੈ। ਉਹ 3 ਲੱਖ ਕਰੋੜ MSME ਤੇ ਬੈਂਕਾਂ ਦੇ ਥਰੂ ਹੀ ਆਏਗਾ ਨਾ, ਬੈਂਕਾਂ ਦੇ ਥਰੂ ਆਏਗਾ, ਬੈਂਕਾਂ ਦੇ ਥਰੂ ਆਏਗਾ, ਸਾਨੂੰ ਵਿਆਜ ਦੇਣਾ ਪਏਗਾ। ਗੱਲ ਹੈ ਇੰਡਸਟਰੀ ਪਹਿਲੇ ਨਹੀਂ ਚੱਲ ਰਹੀ, ਅਸੀਂ ਹੋਰ ਲੋਨ ਲੈ ਕੇ ਵਿਆਜ ਉਹਦਾ ਕਿਸ ਤਰ੍ਹਾਂ ਭੁਗਤਾਵਾਂਗੇ, ਪਹਿਲੀ ਗੱਲ। ਦੂਜੀ ਗੱਲ, ਬੈਂਕਾਂ ਨੇ ਜਿਹੜਾ ਦੇਣਾ ਹੈ, ਬੈਂਕ ਨੇ ਹਰ ਬੰਦੇ ਨੂੰ ਨਹੀਂ ਦੇ ਦੇਣਾ। ਬੈਂਕ ਨੇ ਖਾਤੇ ਦਾ ਆਪਰੇਸ਼ਨ ਦੇਖ ਕੇ ਜਿਹੜਾ ਖਾਤਾ ਠੀਕ ਚੱਲ ਰਿਹਾ ਹੈ ਉਹਨੂੰ ਹੀ ਸਿਰਫ ਐਡੀਸ਼ਨਲ ਲੋਨ ਦੇਣਾ ਹੈ। ਜਿਹੜਾ ਸਾਨੂੰ ਪੈਕੇजेस ਮਿਲੇ ਵੀ ਹੈ, ਦੇ ਆਰ ਮੀਅਰਲੀ ਐਕਸਟੈਂਸ਼ਨ ਆਫ ਲੋਨਸ। ਜਦ ਕਿ ਅਸੀਂ ਲੋਨ ਅੱਜ ਅਗਰ ਐਕਸਟੈਂਡ ਕਰਵਾ ਵੀ ਲੈਂਦੇ ਹਾਂ, ਇਨਹਾਂਸ ਕਰਵਾ ਵੀ ਲੈਂਦੇ ਹਾਂ, ਤੇ ਕੱਲ ਨੂੰ ਜਦੋਂ ਅਸੀਂ ਉਹਨੂੰ ਰਿਟਰਨ ਕਰਨਾ ਵਾ ਵਿਦ ਇੰਟਰਸਟ, ਉਹ ਸਾਡੇ ਵਾਸਤੇ ਬਹੁਤ ਵੱਡੀ ਸਿਰਦਰਦੀ ਦਾ ਕਾਰਨ ਬਣ ਸਕਦਾ ਵਾ। ਫਾਈਨੈਂਸ਼ੀਅਲ ਪੈਕੇਜ ਸਾਨੂੰ ਐਜ਼ ਇਟ ਇਜ਼ ਸਪੈਸ਼ਲੀ MSMEs ਨੂੰ ਕੋਈ ਇਹੋ ਜਿਹਾ ਨਹੀਂ ਮਿਲਿਆ ਜਿਹਦੇ ਨਾਲ ਕਿ ਸਾਨੂੰ ਕੋਈ ਰਿਲੀਫ ਮਿਲ ਸਕੇ ਜਾਂ ਅਸੀਂ ਆਪਣੇ ਬਿਜ਼ਨਸ ਨੂੰ ਹੋਰ ਬੈਟਰ ਕਰ ਸਕੀਏ। ਆਰਥਿਕਤਾ ਨੂੰ ਨੀਹਾਂ ਤੇ ਲਿਆਉਣ ਦੀ ਦਲੀਲ ਦੇ ਸਰਕਾਰ ਨੇ ਕਾਰੋਬਾਰ ਮੁੜ ਤੋਂ ਸ਼ੁਰੂ ਕਰਨ ਨੂੰ ਹਰੀ ਝੰਡੀ ਦਿਖਾਈ ਹੈ, ਪਰ ਇਸ ਪ੍ਰਕਿਰਿਆ ਦੌਰਾਨ ਕਾਰੋਬਾਰੀਆਂ ਨੂੰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਨੇ ਅਤੇ ਹਰੀ ਝੰਡੀ ਦੇ ਬਾਵਜੂਦ ਸਾਹਮਣੇ ਕਾਟੇ ਵਾਲਾ ਲਾਲ ਸਿਗਨਲ ਦਿਖ ਰਿਹਾ ਹੈ, ਜੋ ਉਦਯੋਗਪਤੀਆਂ ਨੂੰ ਹੱਥ ਪਿੱਛੇ ਖਿੱਚਣ ਲਈ ਮਜਬੂਰ ਕਰ ਰਿਹਾ ਹੈ। ਸਾਂਝਾ ਸਪੈਸ਼ਲ ਦੇ ਵਿੱਚ ਫਿਲਹਾਲ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਕਾਰੋਬਾਰੀ ਵੱਡਾ ਹੋਵੇ ਜਾਂ ਫਿਰ ਛੋਟਾ, ਸਭ ਦੀ ਦਲੀਲ ਹੈ ਕਿ ਸੱਟ ਸਭ ਨੂੰ ਵੱਜੀ ਹੈ। ਇਜਾਜ਼ਤ ਮਿਲਣ ਤੋਂ ਬਾਅਦ ਕਈਆਂ ਨੇ ਕਾਰੋਬਾਰ ਖੋਲ੍ਹੇ ਅਤੇ ਕਈਆਂ ਨੇ ਤਾਂ ਦੁਬਾਰਾ ਬੰਦ ਵੀ ਕਰ ਦਿੱਤੇ। ਭਵਿੱਖ ਦੇ ਵਿੱਚ ਜਿਹੜੀਆਂ ਚੁਣੌਤੀਆਂ ਨੇ ਉਹ ਹੁਣੀ ਤੋਂ ਸਤਾਉਣ ਲੱਗੀਆਂ ਨੇ ਅਤੇ ਪਹਾੜ ਵਰਗੀ ਫਿਕਰ ਖੜੀ ਹੋ ਗਈ ਹੈ। ਪਹਿਲਾਂ ਦੀ ਤਰ੍ਹਾਂ ਫੈਕਟਰੀਆਂ ਦੀਆਂ ਚਿਮਨੀਆਂ 'ਚੋਂ ਕਾਲਾ ਧੂੰਆਂ ਨਿਕਲਣਾ ਤਾਂ ਮੁੜ ਤੋਂ ਸ਼ੁਰੂ ਹੋ ਗਿਆ, ਪਰ ਹਾਲਾਤ ਅਜੇ ਪਹਿਲਾਂ ਵਰਗੇ ਨਹੀਂ ਹੋਏ ਨੇ। ਜੁਦਾ ਨੇ, ਜੋ ਪੱਲੇ ਹੈ ਉਸ ਨੂੰ ਖਰਚ ਲਿਆ ਹੈ ਅਤੇ ਮਸ਼ੀਨਾਂ ਦੇ ਚੱਕੇ ਘੁਮਾਏ ਜਾ ਰਹੇ ਨੇ, ਪਰ ਵਿਕਰੀ ਨਹੀਂ ਹੋ ਰਹੀ ਅਤੇ ਨਾ ਹੀ ਆਮਦਨ। ਅਜਿਹੇ ਸਿਰ ਤੇ ਫਿਕਰ ਬਣਿਆ ਖੜਿਆ ਹੈ ਕਿ ਅੱਗੇ ਕੰਮ ਕਿਵੇਂ ਚੱਲੇਗਾ। ਇਹ ਫਿਕਰ ਇੱਕ ਨਹੀਂ ਸਗੋਂ ਹਰ ਛੋਟੇ ਵੱਡੇ ਕਾਰੋਬਾਰੀ ਦੀ ਹੈ। ਜੋ ਬੀਤ ਗਿਆ ਉਹ ਤਾਂ ਔਖਾ ਸੀ ਹੀ, ਨਾਲ ਹੀ ਅਨਸੁਖਾਵੇਂ ਭਵਿੱਖ ਦੀ ਚਿੰਤਾ ਵੀ ਸਤਾਉਣ ਲੱਗੀ ਹੈ।
ਨੁਕਸਾਨ ਇਨ ਟਰਮਸ ਆਫ ਜਿਹੜੇ ਸਾਨੂੰ ਸਾਡੇ ਆਪਣੇ ਰਿਜ਼ਰਵਸ ਹੈਗੇ ਸੀਗੇ ਉਹ ਯੂਜ਼ ਕਰਨੇ ਪਏ ਆ ਆਪਣੀ ਲੇਬਰ ਨੂੰ ਸਸਟੇਨ ਕਰਨ ਵਾਸਤੇ, ਆਪਣੇ ਖਰਚਿਆਂ ਨੂੰ ਸਸਟੇਨ ਕਰਨ ਵਾਸਤੇ। ਔਰ ਸਿੰਸ ਸਾਨੂੰ ਬੈਂਕਾਂ ਵੱਲੋਂ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ ਇਨ ਟਰਮਸ ਆਫ ਇੰਟਰਸਟ, ਉਹ ਵੀ ਸਾਨੂੰ ਆਪਣੇ ਹੀ ਰਿਜ਼ਰਵਸ ਤੋਂ ਕਰਨਾ ਪਿਆ ਹੈਗਾ ਵਾ। ਔਰ ਐਟ ਦ ਸੇਮ ਟਾਈਮ ਕੋਈ ਵੀ ਸਾਡੀ ਪ੍ਰੋਡਕਟਿਵਿਟੀ ਨਹੀਂ ਹੋਈਗੀ, ਸਾਡੀ ਸੇਲ ਨਹੀਂ ਹੋਈ, ਕੋਈ ਕਿਸੇ ਕਿਸਮ ਦੀ ਸਾਡੀ ਕੋਈ ਰੈਵਨਿਊਜ਼ ਨਹੀਂ ਆਏ ਹੈਗੇ, ਜਿਹਦੇ ਕਾਰਨ ਕਿ ਮੈਂ ਸਮਝਦਾ ਕਿ ਕਾਫੀ ਜ਼ਿਆਦਾ ਸਾਨੂੰ ਇਹ ਮੁਸ਼ਕਿਲ ਦਾ ਸਮਾਂ ਸਾਡੇ ਵਾਸਤੇ ਬੀਤਿਆ ਹੈਗਾ। ਇੰਡਸਟਰੀ ਨੂੰ ਬਹੁਤ ਫੇਸ ਕਰਨੇ ਪੈ ਰਹੇ ਆ ਇਨ ਟਰਮਸ ਆਫ ਰਾਈਟ ਨਾਓ, ਤੇ ਤੁਹਾਡੇ ਕੋਲ ਡਿਮਾਂਡ ਨਹੀਂ ਹੈਗੀ ਹੈ, ਡਿਮਾਂਡ ਨਹੀਂ ਹੈ, ਪਲੱਸ ਜੋ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਬਹੁਤ ਸ਼ਾਰਟ ਟਰਮ ਦੇ ਵਿੱਚ ਨਹੀਂ ਹੋਣੀ ਹੈਗੀ। ਜਿੰਨੀ ਅਸੀਂ ਕੋਈ ਐਕਸਪੈਂਸ਼ਨ, ਕੋਈ ਮਾਡਰਨਾਈਜੇਸ਼ਨ ਦਾ ਕੋਈ ਪਲਾਨ ਬਣਾਇਆ ਸੀਗਾ, ਬਿਕੋਜ਼ ਆਫ ਕੈਪੀਟਲ ਲਾਸ ਅਸੀਂ ਉਹ ਵੀ ਨਹੀਂ ਕਰ ਪਾਵਾਂਗੇ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ। ਔਰ ਅਗਰ ਇਹ ਹੋਰ ਅੱਗੇ ਵੱਧ ਜਾਂਦਾ ਵੈ ਔਰ ਜਿਸ ਤਰ੍ਹਾਂ ਕਿ ਕੇਸਿਸ ਵੱਧਦੇ ਪਏ ਗਿਆ, ਦੁਬਾਰਾ ਤੋਂ ਕੋਈ ਕਿਸੇ ਕਿਸਮ ਦਾ ਡਿਸਰਪਸ਼ਨ ਆ ਜਾਂਦੀ ਹੈ ਇਨ ਟਰਮਸ ਆਫ ਲੋਕਡਾਊਨ ਜਾਂ ਕੋਈ ਗਵਰਨਮੈਂਟ ਹੋਰ ਰਿਸਟ੍ਰਿਕਸ਼ਨਸ ਲਗਾ ਦਿੰਦੀ ਹੈ, ਜਿਹਦੇ ਨਾਲ ਕਿ ਨੋਰਮੈਲਸੀ ਜਿਹੜੀ ਆ ਥੋੜੀ ਡਿਲੇ ਹੋ ਜਾਏਗੀ, ਤੇ ਉਹਦੇ ਨਾਲ ਸਾਡੀਆਂ ਮੁਸ਼ਕਲਾਂ ਜਿਹੜੀਆਂ ਉਹ ਵਧਣਗੀਆਂ। ਔਰ ਮੈਂ ਸਮਝਦਾ ਵਾਂ 30-40% ਇੰਡਸਟਰੀ ਹੁਣ ਤੱਕ ਜਿਹੜੀ ਚੱਲ ਰਹੀ ਸੀਗੀ ਉਹ ਨਹੀਂ ਚੱਲੇਗੀ ਅੱਗੇ ਆਉਣ ਵਾਲੇ ਟਾਈਮ ਵਿੱਚ। ਉਦਯੋਗਪਤੀ ਛੋਟਾ ਹੋਵੇ ਜਾਂ ਫਿਰ ਵੱਡਾ, ਮੁਸ਼ਕਿਲਾਂ ਫਿਲਹਾਲ ਸਭ ਦੀਆਂ ਵੱਡੀਆਂ ਨੇ। ਕਮਾਈ ਕੋਈ ਹੋਈ ਨਹੀਂ, ਪਰ ਬਿੱਲ ਤਾਂ ਦੇਣੇ ਹੀ ਪੈਣਗੇ। ਇਸੇ ਲਈ ਕਈਆਂ ਨੇ ਤਾਂ ਸਰਕਾਰ ਨਾਲ ਨਾਰਾਜ਼ਗੀ ਵੀ ਜਤਾਈ ਹੈ। ਸਾਡੀ ਬਹੁਤ ਜ਼ਿਆਦਾ ਲੇਬਰ ਇੰਟੈਂਸਿਵ ਇੰਡਸਟਰੀ ਨਹੀਂ ਹੈਗੀ ਹੈ, ਇਸ ਵਾਸਤੇ ਸਾਨੂੰ ਕੋਈ ਬਹੁਤ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਹਾਂ, ਥੋੜ੍ਹਾ ਬਹੁਤਾ ਜਿਹੜਾ ਸਾਹਮਣਾ ਕਰਨਾ ਵੀ ਪੈ ਰਿਹਾ ਹੈਗਾ ਵਾ ਉਹ ਰਾਦਰ ਬਿਕੋਜ਼ ਪ੍ਰੋਡਕਟਿਵਿਟੀ ਹੀ ਕਮ ਹੈਗੀ ਹੈ, ਤੇ ਸਾਨੂੰ ਇਸ ਵੇਲੇ ਤੱਕ ਇੰਨੀ ਕੋਈ ਫੀਲਿੰਗ ਨਹੀਂ ਹੋ ਰਹੀ ਹੈ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਮਝਦਾ ਵਾਂ ਜਦੋਂ ਪ੍ਰੋਡਕਟਿਵਿਟੀ ਵਧੇਗੀ, ਲੇਬਰ ਦੀ ਜ਼ਰੂਰਤ ਮਹਿਸੂਸ ਹੋਏਗੀ, ਉਦੋਂ ਤੱਕ ਦੁਬਾਰਾ ਤੋਂ ਲੋਕ ਜਿਹੜੇ ਆ ਆਪਣੇ ਪਿੰਡਾਂ ਤੋਂ ਵਾਪਸ ਆਉਣਾ ਸ਼ੁਰੂ ਕਰ ਦੇਣਗੇ, ਕਿਉਂਕਿ ਉੱਥੇ ਵੀ ਉਹਨਾਂ ਕੋਲ ਕੋਈ ਇਸ ਵੇਲੇ ਤੱਕ ਇਹੋ ਜਿਹਾ ਕੋਈ ਆਲਟਰਨੇਟਿਵ ਕੰਮ ਨਹੀਂ ਹੈਗਾ ਜਿਹਦੇ ਕਾਰਨ ਕਿ ਉਹ ਉੱਥੇ ਰਹਿਣਗੇ। 2 ਮਹੀਨੇ ਇੰਡਸਟਰੀਜ਼ ਨੂੰ ਬਿਜਲੀ ਦੇ ਬਿੱਲ ਪੂਰੇ ਭਰਨੇ ਪਏ। ਸਰਕਾਰ ਨੇ ਇਹ ਨਹੀਂ ਕੀਤਾ ਕਿ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਜਾਣ ਇੰਡਸਟਰੀ ਨੂੰ ਰਾਹਤ ਦੇਣ ਲਈ, ਪਰ ਕਈ ਇੰਡਸਟਰੀਜ਼ ਨੇ ਆਪਣੀ ਲੇਬਰ ਵੀ ਦਿੱਤੀ ਹੈ ਤੇ ਪਲੱਸ ਉਹ ਲੇਬਰ ਵੀ ਪਈ ਆ, ਨਾਲ ਇੰਡਸਟਰੀ ਦਾ ਕਿਰਾਇਆ ਵੀ ਪਿਆ ਆ। ਪੰਜਾਬ ਸਰਕਾਰ ਨੇ ਤਾਂ ਕਿਹਾ ਸੀਗਾ ਕਿ ਬਿਜਲੀ ਦੇ ਬਿੱਲ ਅਸੀਂ ਨਹੀਂ ਲਵਾਂਗੇ ਜਾਂ ਸਰ ਕੋਈ ਬਿੱਲ ਨਹੀਂ ਮਾਫ ਕੀਤਾ। ਮਾਰਚ ਮਹੀਨੇ ਦੇ ਬਿੱਲ ਵੀ ਆਏ ਨੇ, ਅਪ੍ਰੈਲ ਦੇ ਵੀ ਆਏ ਨੇ ਤੇ ਮਈ ਦੇ ਵੀ ਆਏ ਨੇ। ਕਿਸ ਰੇਸ਼ੋ ਦੇ ਨਾਲ ਆਏ ਨੇ ਬਿੱਲ? ਸਰ ਬਿੱਲ ਪੁਰਾਣੀ ਆਏ ਨੇ ਕਿ ਪੁਰਾਣੇ? ਪੁਰਾਣੀ ਜੋ ਹੈ ਪਿਛਲੇ ਸਾਲ ਦੀ ਐਵਰੇਜ ਬਹੁਤ ਜ਼ਿਆਦਾ ਸੀਗੇ ਪਿਛਲੇ ਸਾਲ ਦੇ ਵਿੱਚ, ਲੱਖ 80,000 ਰੁਪਏ ਬਿੱਲ ਆਇਆ ਸਰ ਇੱਕ ਮਹੀਨੇ ਦਾ। ਓਕੇ, ਤੇ ਇਸ ਲਈ ਉਦਯੋਗਪਤੀਆਂ ਨੂੰ ਘੱਟੋ ਘੱਟ 2-3 ਮਹੀਨਿਆਂ 'ਚ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ। ਹਰ ਮਹੀਨੇ ਨਹੀਂ, 2-3 ਮਹੀਨਿਆਂ ਦਾ। ਇਹ ਲੇਬਰ ਵਾਲੇ ਸਹੀ ਕਹਿ ਰਹੇ ਨੇ ਕਿ ਜੇ ਮਾਲਕਾਂ ਨੇ ਪੂਰਾ ਸਾਰੀ ਇੰਡਸਟਰੀ ਦੇ ਜਿਹੜੇ ਮਾਲਕ ਆ, ਕਈਆਂ ਨੇ ਜਿਹਨਾਂ ਨੇ ਰਿਆਇਤ ਦਿੱਤੀ ਹੈ, ਕਈਆਂ ਨੇ ਪੈਸੇ ਤਨਖਾਹ ਦਿੱਤੀ ਹੈ, ਜੇ ਸਾਰੇ ਦਿੰਦੇ ਤੇ ਲੇਬਰ ਨਾ ਜਾਂਦੀ। ਪਲੱਸ ਜਦੋਂ ਸਰਕਾਰ ਦੀ ਵੀ ਥੋੜੀ ਗਲਤੀ ਹੈ ਕਿ ਜਦੋਂ ਜਦੋਂ ਕਰੋਨਾ ਸਟਾਰਟ ਹੋਇਆ ਸੀ ਉਦੋਂ 10 ਦਿਨ ਦਾ ਟਾਈਮ ਦੀ ਲੇਬਰ ਨੂੰ ਉਦੋਂ ਭੇਜ ਦਿੰਦੇ ਗੱਡੀਆਂ ਚਾਲੂ। ਜਦੋਂ ਲੋੜ ਹੀ ਇੰਡਸਟਰੀ ਚਲਾਉਣ ਦੀ ਲੋੜ ਆ, ਇਹਨਾਂ ਲਾਕਡਾਊਨ ਖੋਲ੍ਹਿਆ ਉਦੋਂ ਉਹਨਾਂ ਨੇ ਲੇਬਰ ਵਾਪਸ ਭੇਜ ਦਿੱਤੀ। ਕਿੰਨਾ ਕੁ ਨੁਕਸਾਨ ਹੋਏਗਾ ਹੁਣ ਲੇਬਰ ਦੇ? ਤੁਸੀਂ ਇੱਥੋਂ ਲੋਕਲ ਉਦਯੋਗਪਤੀ ਹੋ, ਲੇਬਰ ਦੇ ਜਾਣ ਦਾ ਕਿੰਨਾ ਕੁ ਨੁਕਸਾਨ ਹੋਏਗਾ? ਨਹੀਂ ਜੀ ਸਰ, ਲੇਬਰ ਦੇ ਜਾਣ ਦਾ ਨੁਕਸਾਨ ਘੱਟੋ ਘੱਟ ਜਿਹੜੀਆਂ ਫੈਕਟਰੀਆਂ ਬੰਦ ਪਈਆਂ ਲੇਬਰ ਦੇ ਕਾਰਨ ਉਹਨਾਂ ਦਾ ਘੱਟੋ ਘੱਟ ਮਹੀਨੇ ਦਾ 2-3 ਲੱਖ ਰੁਪਏ ਦਾ ਨੁਕਸਾਨ। ਜੇਕਰ ਹਾਲਾਤ ਇਉਂ ਹੀ ਰਹੇ ਤਾਂ ਆਰਥਿਕਤਾ ਦਾ ਪਹੀਆ ਲੀਹ ਤੇ ਆਉਣ ਤੇ ਅਜੇ ਵਕਤ ਲੱਗੇਗਾ, ਪਰ ਜੇਕਰ ਆਸਾਂ ਨੂੰ ਬੂਰ ਪਿਆ ਤਾਂ ਅਕਤੂਬਰ-ਨਵੰਬਰ ਤੱਕ ਹਾਲਾਤ ਸੁਧਰਨ ਦੀ ਸੰਭਾਵਨਾ ਵੀ ਜਤਾਈ ਗਈ ਹੈ। ਕਰੀਬ ਇੰਡਸਟਰੀ 'ਚ 45 ਸਾਲ ਦਾ ਮੇਰਾ ਤਜਰਬਾ ਹੈ। ਉਹ ਤਜਰਬਾ ਇਹ ਕਹਿੰਦਾ ਕਿ ਇੱਥੇ ਸਾਡੇ ਫੈਸਟੀਵਲ ਸੀਜ਼ਨ ਵਿੱਚ ਮਾੜੀ ਮੋਟੀ ਡਿਮਾਂਡ ਨਿਕਲਦੀ ਹੈ। ਦੀਵਾਲੀ, ਦੁਸਹਿਰੇ ਦੇ ਆਨ-ਬਾਨ। ਦੀਵਾਲੀ ਇਸ ਵਾਰ 14 ਨਵੰਬਰ ਦੀ ਹੈ, ਦੁਸਹਿਰਾ ਇਸ ਵਾਰ 24 ਅਕਤੂਬਰ ਦਾ ਹੈ। ਤਾਂ ਅਸੀਂ ਉਮੀਦ ਕਰਦੇ ਹਾਂ ਅਕਤੂਬਰ ਪਹਿਲੇ ਹਫਤੇ ਔਨਵਰਡ ਜਦੋਂ ਨਰਾਤੇ ਸ਼ੁਰੂ ਹੋਣਗੇ ਉਹਦੇ ਬਾਅਦ ਮਾੜੀ ਮੋਟੀ ਹਲਚਲ ਥੋੜੀ ਬਹੁਤ ਮਾਰਕੀਟ ਵਿੱਚ ਆਏਗੀ ਤਾਂ ਥੋੜੀ ਬਹੁਤ ਡਿਮਾਂਡ ਜਨਰੇਟ ਹੋਏਗੀ। ਅੱਜ ਮਾਲ ਵੀ ਗਵਰਨਮੈਂਟ ਨੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਤੇ ਉੱਥੇ ਰਿਸਟ੍ਰਿਕਸ਼ਨਸ ਇੰਨੀਆਂ ਨੇ। ਪਹਿਲੀ ਗੱਲ। ਦੂਜੀ ਗੱਲ, ਉੱਥੇ ਕੋਈ ਗ੍ਰਾਹਕ ਜਾ ਨਹੀਂ ਰਿਹਾ, ਲੋਕਾਂ ਕੋਲ ਪੈਸੇ ਨਹੀਂ ਖਰੀਦਣ ਨੂੰ, ਤੇ ਸੁਧਾਰ ਦੀ ਜਿਹੜੀ ਆਸ਼ਾ ਦੀ ਕਿਰਨ ਹੈ ਸਾਨੂੰ ਉਹ ਅਕਤੂਬਰ ਔਨਵਰਡ ਨਜ਼ਰ ਆ ਰਹੀ ਹੈ। ਲਾਕਡਾਊਨ ਦੌਰਾਨ ਇਜਾਜ਼ਤ ਤੋਂ ਬਾਅਦ ਸੂਬੇ ਵਿੱਚ 87% ਉਦਯੋਗਿਕ ਇਕਾਈਆਂ ਸ਼ੁਰੂ ਹੋਈਆਂ, ਜਿਨ੍ਹਾਂ ਨੂੰ 2/3 ਵਰਕਰਾਂ ਨਾਲ ਚਲਾਇਆ ਗਿਆ। ਪਰ ਹਾਲਾਤ ਵੱਸੋਂ ਬਾਹਰ ਹੋਣ ਕਾਰਨ ਕਈਆਂ ਨੇ ਮੁੜ ਤੋਂ ਉਦਯੋਗਿਕ ਇਕਾਈਆਂ ਤੇ ਜਿੰਦਰੇ ਲਾਉਣੇ ਹੀ ਬਿਹਤਰ ਸਮਝੇ। ਸਾਂਝਾ ਸਪੈਸ਼ਲ ਦੇ ਵਿੱਚ ਵੇਲਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਦੇ ਉਸ ਪਾਰ।
ਇੰਡਸਟਰੀ ਦੇ ਨਾਲ ਨਾ ਸਿਰਫ ਆਰਥਿਕਤਾ ਤੁਰਦੀ ਹੈ, ਸਗੋਂ ਕਈ ਪਰਿਵਾਰਾਂ ਦੇ ਚੁੱਲ੍ਹੇ ਵੀ ਬਲਦੇ ਨੇ। ਜਦੋਂ ਲੋਕਡਾਊਨ ਹੋਇਆ, ਕਾਰੋਬਾਰ ਬੰਦ ਹੋਏ, ਕਈਆਂ ਦੇ ਰੁਜ਼ਗਾਰ ਖੁੱਸ ਗਏ। ਕਈ ਮਜ਼ਦੂਰਾਂ ਨੇ ਤਾਂ ਘਰਾਂ ਨੂੰ ਚਾਲੇ ਪਾਏ, ਪਰ ਕਈਆਂ ਦੀ ਜੱਦੋ-ਜਹਿਦ ਅਜੇ ਵੀ ਜਾਰੀ है कि दो डंग दी रोटी चलती रहे। काम बंद हो गया, भूखे मरने लगे, क्या करें, क्या कर सकते हैं। अब क्या करते हो फिर? अब ये रोटी पानी वास्ते सहारा किया हूँ, रेडी कपड़े कुपड़े बेच रहा हूँ, इसी से पेट कब अपना। से लगा रहे हो? कब से? लॉकडाउन जब से लगा तब से लगा रहा हूँ। ਜਦੋਂ ਰੁਜ਼ਗਾਰ ਖੁੱਸ ਗਿਆ, ਰੋਜ਼ੀ ਰੋਟੀ ਦਾ ਫਿਕਰ ਪੈ ਗਿਆ ਤਾਂ ਕਈਆਂ ਨੇ ਤਾਂ ਮੋਢਿਆਂ ਤੇ ਬੈਗ ਟੰਗੇ ਤੇ ਕੋਹਾਂ ਮੀਲ ਦੂਰ ਆਪਣੇ ਘਰਾਂ ਨੂੰ ਤੁਰ ਪਏ। ਪਰ ਮੁੰਸ਼ੀ ਰਾਮ ਨੇ ਆਪਣੀ ਜੱਦੋ-ਜਹਿਦ ਜਾਰੀ ਰੱਖੀ ਅਤੇ ਮਿਹਨਤ ਮਜ਼ਦੂਰੀ ਕਰ ਇਕੱਠੇ ਪੈਸਿਆਂ ਨਾਲ ਇਹ ਰੇੜੀ ਲਾ ਲਈ। ਕਰੜੇ ਹਾਲਾਤਾਂ 'ਚ ਮੁੰਸ਼ੀ ਰਾਮ ਨੇ ਤਿਉਂ ਹੀ ਉਮੀਦ ਨਾਲ ਆਪਣੀ ਰੇੜੀ ਲੈ ਕੇ ਆਉਂਦਾ ਹੈ ਕਿ ਸ਼ਾਇਦ 4 ਪੈਸੇ ਹੀ ਬਣ ਜਾਣ। मजदूर सर बहुत काम करते रहे, लेकिन इस समय जो 70-75% आदमी जो है निकल गए हैं, 25% आदमी यहाँ बचे हैं। वो भी अपना किसी हालत से धंधा पानी करके अपना पेट पालन कर रहे हैं। क्या कारण रहा मुंशीराम जी जो जहाँ से जाने के लिए मजबूर हो गए? फैक्ट्री बंद हो गई, कारखाना बंद हो गया, कोई भूखे मरने लगे, मजबूर होकर अपने चले गए सब मजदूर। क्या कर सकते हैं। सरकार ने राशन नहीं दिया? सरकार राशन वही दिया जिसके पास राशन कार्ड था, जो कोठी वाले उनको राशन मिला। जो बेचारे गरीब मजदूर हैं वो बेचारे फैक्ट्री में कोई सुना नहीं, गाड़ी लेकर आती रही, कभी खाना दे देती रही, कभी बेचारे नहीं पाते रहे, दौड़ते रहे कुत्ते की तरह। कोई पा जाता रहा, कोई पाता नहीं था। इसी करके बेचारे तंग आ करके अपना गांव किसी हालत से, कोई पैदल चल गया, कोई सवारी पाया, बहुत बुरी तरह से मतलब। ਮੁੰਸ਼ੀ ਰਾਮ ਅੰਮ੍ਰਿਤਸਰ ਦੇ ਫੋਕਲ ਪੁਆਇੰਟ 'ਚ ਇੱਕ ਫੈਕਟਰੀ 'ਚ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਸੀ। ਪਰ ਕਰੋਨਾ ਕਰਫਿਊ ਦੌਰਾਨ ਕਾਰੋਬਾਰ ਠੱਪ ਹੋ ਗਿਆ, ਫੈਕਟਰੀਆਂ ਤੇ ਜਿੰਦਰੇ ਲੱਗ ਗਏ। ਪਰ ਹੁਣ ਜਦੋਂ ਲੋਕਡਾਊਨ ਦੌਰਾਨ ਤਾਲੇ ਖੁੱਲੇ ਵੀ ਨੇ ਤਾਂ ਹਾਲਾਤ ਜੰਗ ਜਾਰੀ ही है। मालक ने कहा कि हमने कारखाने चलाना नहीं, बंद कर दिए, अब चलाना नहीं हमने, तो अपना गांव चले जाओ। तो आप नहीं गए? आप यहाँ पे रुके? अभी कोई साधन नहीं मिला, इसी करके हमने गया नहीं। कुछ कोई आदमी पैदल, हम बूढ़े आदमी पैदल कैसे जा सकते हैं, इतना दूर कैसे जा सकते हैं। कहाँ के रहने वाले हो आप? हम यूपी के रहने, अयोध्या के रहने, अयोध्या फैजाबाद के रहने वाले। लॉकडाउन के नुकसान हो गया, चारों पास से नुकसान हो गया, काम काज बंद हो गए, परदेसी लोग चले गए, हम लोग का भी काम बंद हो गया, नौकरी चले गए, काम रोटी पानी मिला नहीं, काम भी बंद हो गए। क्यों चले गए? रोका नहीं किसी ने उन्हें? कंपनी वाले पैसे नहीं दिए, न रोटी पानी का इंतजाम करके दिए। अगर सही से किसी भी माँ बाप अगर बच्चे की तरह उसको परिवार की तरह रखते तो जरूर रहते। रोका नहीं किसी ने, रखा नहीं। ये तो कंपनी वाले का फर्ज बनता है, पहला फर्ज तो कंपनी वाले का बनता है, बाद में सरकार है। कितने परसेंट चले गए जहाँ पे? कम से कम मान लो साहब जी 80% निकल गए। 20% यहाँ वही है जो माड़ा मोटा रोजी रोजगार करता हो, या नहीं तो जो कंपनी में अस्थाई हो, अच्छे पोस्ट पे हो, जिसको अच्छी तनख्वाह मालिक दे रहे हैं, सब सुविधा दे रहे हैं, वही रह गए। ਫੋਕਲ ਪੁਆਇੰਟ ਦੇ ਵਿੱਚੋਂ ਜਿਹੜੇ ਉਦਯੋਗ ਚੱਲ ਰਹੇ ਨੇ, ਕੁਝ ਉਦਯੋਗ ਜਿਹੜੇ ਨੇ 20-25% ਚੱਲ ਰਹੇ ਨੇ, ਉਹਨਾਂ ਦੇ ਵਿੱਚ ਲੇਬਰ ਜਿਹੜੀ ਕੰਮ ਕਰ ਰਹੀ ਹੈ, ਬਾਕੀ ਲੇਬਰ ਜੋ ਇੱਥੇ ਪਰਿਵਾਰਾਂ ਸਮੇਤ ਇੱਥੇ ਰਹਿੰਦੇ ਸੀ, ਇੱਕ ਚਹਿਲ ਕਦਮੀ ਇੱਥੇ ਰਹਿੰਦੀ ਸੀ, ਉਹ ਲੇਬਰ ਸਾਰੀ ਇੱਥੋਂ ਚਲੇ ਗਈ ਹੈ। ਤਾਂ ਇਹ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਤੋਂ ਪੰਜਾਬ ਦੇ ਵਿੱਚੋਂ ਕੰਮ ਕਰਨਾ ਹੋਣ ਕਰਕੇ, ਰੋਜ਼ੀ ਰੋਟੀ ਨਾ ਮਿਲਣ ਕਰਕੇ, ਭੁੱਖਮਰੀ ਦੀ ਹਾਲਤ ਦੇ ਸ਼ਿਕਾਰ ਹੋਣ ਕਰਕੇ ਇੱਥੋਂ ਚਲੇ ਗਏ ਨੇ। ਇਹ ਦਾਸਤਾਨ ਇਕੱਲੇ ਮੁੰਸ਼ੀ ਰਾਮ ਦੀ ਨਹੀਂ ਹੈ। ਇਹਨਾਂ ਦੀ ਤਰ੍ਹਾਂ ਕਈ ਹੋਰ ਵੀ ਨੇ ਜੋ ਲੋਕਡਾਊਨ ਤੋਂ ਪਹਿਲਾਂ 30 ਦਿਨ ਘਰੋਂ ਕਮਾਉਣ ਨਿਕਲਦੇ ਸਨ, ਪਰ ਹੁਣ ਸਵੇਰ ਹੁੰਦਿਆਂ ਆਸ ਤਾਂ ਹੁੰਦੀ ਹੈ, ਪਰ ਸ਼ਾਮ ਤੱਕ ਸਭ ਮੱਧਮ ਪੈ ਜਾਂਦਾ ਹੈ। ਹਾਂਜੀ ਲਗਾਤਾਰ ਚੱਲਦੇ ਸੀ ਕੰਮ, 30 ਦਿਨ ਕੰਮ ਚੱਲਦੇ ਸੀ। ਲੋਕਡਾਊਨ ਦਾ ਕੀ ਨੁਕਸਾਨ ਹੋਇਆ ਸਰ? ਨੁਕਸਾਨ ਜੀ ਹਰ ਕਿਸੇ ਨੂੰ ਹੋਇਆ। ਗਰੀਬ ਮਜ਼ਦੂਰ ਰੋਟੀ ਕਿਤੇ ਵੀ ਨਹੀਂ ਗਈ ਉਹਦੇ ਕੋਲ। ਜੇ ਕਿਤੇ ਉਹ 4 ਪੈਸੇ ਕਮਾਉਂਦਾ ਵਾ ਤੇ ਉਹ ਇੱਕ ਪਰਿਵਾਰ ਕਿੱਦਾਂ ਚਲਾਏਗਾ? ਠੀਕ ਹੈ ਜੀ। ਵੇਖੋ ਆਪਣਾ ਉਹ ਵੀਰ ਬੈਠਾ, ਉਹ ਵੀਰ ਬੈਠਾ ਮਜ਼ਦੂਰ ਹੈ, ਇੱਕ ਦੁਕਾਨਦਾਰੀ ਗਾਹਕ ਆਊਗਾ, ਰੋਟੀ ਕਮਾਊਗਾ, 10 ਪੈਸੇ ਕਮਾਊਗਾ, ਕੀ ਹੋਊਗਾ? ਤੁਹਾਨੂੰ ਪਤਾ ਹੀ ਆ, ਆਪਾਂ ਤੇ ਅਫਸਰ ਆਰਡਰ ਕਰਨਾ ਹੁੰਦਾ ਵੀ ਆਪਾਂ ਲਾਕਡਾਊਨ ਕਰਤਾ, ਵਿੱਚ ਗਰੀਬ ਜਿੱਥੇ ਮਰੇਗਾ ਉਹਦੇ ਵਾਪਸੀ ਜਾਣਾ, ਘਰ 'ਚ ਹੀ ਜਾਣਾ ਫਿਰ ਉਹਨੇ। लॉकडाउन के कारण फकरवान में काफ़ी नुकसान हुआ है। कैसे? आदमी रह नहीं गए, काम वाम है नहीं। ਰੋਜ਼ੀ ਰੋਟੀ ਲਈ ਘਰੋਂ ਬੇਕਾਰ ਹੋਏ, ਆਪਣਾ ਸੂਬਾ ਛੱਡਿਆ, ਆਪਣਿਆਂ ਤੋਂ ਦੂਰ ਹੋਏ, ਬੇਗਾਨੀ ਥਾਂ ਆ ਮਿਹਨਤ ਮਜ਼ਦੂਰੀ ਕੀਤੀ। ਪਰ ਕਰੋਨਾ ਆਇਆ ਤੇ ਜ਼ਿੰਦਗੀ ਹੀ ਬਦਲ ਗਈ। ਫਿਰ ਤੋਂ ਰੋਜ਼ੀ ਦਾ ਸਹਾਰਾ ਖੁੱਸ ਗਿਆ, 2 ਡੰਗ ਦੀ ਰੋਟੀ ਦਾ ਸਵਾਲ ਬਣ ਗਿਆ
ਅਤੇ ਹੁਣ ਕੋਈ ਸੜਕਾਂ ਤੇ ਖੱਜਲ ਹੋ ਰਿਹਾ ਹੈ ਤਾਂ ਕੋਈ ਗਲੀਆਂ 'ਚ ਖੁਆਰ ਹੋ ਰਿਹਾ ਹੈ। ਸਾਂਝਾ ਸਪੈਸ਼ਲ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਪਰ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਦੇਖਦੇ ਰਹੋ ABP ਸਾਂਝਾ।